G20 ਦੀ ਮੀਟਿੰਗ ਦੇ ਵਿੱਚ ਟਰੂਡੋ ਅਤੇ ਮੋਦੀ ਵਿਚਕਾਰ ਖਾਲਿਸਤਾਨ ਅਤੇ ਕੈਨੇਡਾ ਦੇ ਮਾਮਲਿਆਂ ਵਿੱਚ ਵਿਦੇਸ਼ੀ ਦਖਲ ਬਾਰੇ ਕੀ ਗੱਲਬਾਤ ਹੋਈ, ਅੱਜ ਦੀ ਸਭਾ ਦੇ ਵਿੱਚ ਇਹ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਗੁਰਤੇਜ ਸਿੰਘ, ਤੁਸੀਂ ਦੇਖ ਰਹੇ ਹੋ ਕੌਮੀ ਆਵਾਜ਼। ਦਰਸ਼ਕੋ, ਹਾਲ ਹੀ ਦੇ ਵਿੱਚ G20 ਸਮਾਗਮ ਭਾਰਤ ਦੇ ਵਿੱਚ ਸੰਪੰਨ ਹੋਇਆ ਹੈ। ਇਸ ਸਮਾਗਮ ਦੇ ਬਹੁਤ ਸਾਰੇ ਪੱਖ ਨੇ ਜਿਨ੍ਹਾਂ ਉੱਪਰ ਗੱਲ ਹੋ ਸਕਦੀ ਹੈ। ਇਹ ਪੱਖ ਜਗਤ ਦੀ ਰਾਜਨੀਤੀ ਦੇ ਵਿੱਚ ਆਪਣਾ ਅਹਿਮ ਸਥਾਨ ਰੱਖਦੇ ਨੇ। ਪਰ ਅੱਜ ਅਸੀਂ ਇੱਥੇ ਗੱਲਬਾਤ ਮੋਦੀ ਤੇ ਟਰੂਡੋ ਦੀ ਕਰਾਂਗੇ, ਭਾਵ ਕਿ ਕੈਨੇਡਾ ਦੇ ਅਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਖਾਲਿਸਤਾਨ ਅਤੇ ਕੈਨੇਡਾ ਦੇ ਮਾਮਲਿਆਂ ਦੇ ਵਿੱਚ ਵਿਦੇਸ਼ੀ ਤਾਕਤਾਂ ਦੇ ਹੱਥ ਦੇ ਮੁੱਦਿਆਂ 'ਤੇ ਹੀ ਅਸੀਂ ਵਿਚਾਰ ਕਰਾਂਗੇ। ਕੈਨੇਡਾ ਦੇ ਹਵਾਲੇ ਨਾਲ ਖਾਲਿਸਤਾਨ ਦੀ ਗੱਲ ਕਰਨਾ ਭਾਰਤ ਦੀ ਤਕਰੀਬਨ ਹਰੇਕ ਸਰਕਾਰ ਦਾ ਹੁਣ ਇੰਝ ਲੱਗਦਾ ਕਿ ਫੈਸ਼ਨ ਜਿਹਾ ਹੀ ਬਣ ਚੁੱਕਿਆ। ਭਾਵੇਂ ਕਿ ਹਰੇਕ ਵਾਰ ਕੈਨੇਡਾ ਸਰਕਾਰ ਨੇ ਮਨੁੱਖੀ ਅਧਿਕਾਰਾਂ 'ਤੇ ਬੋਲਣ ਦੀ ਆਜ਼ਾਦੀ ਦੇ ਹੱਕ ਦੇ ਵਿੱਚ ਖੜ੍ਹ ਕੇ ਇਸ ਫੈਸ਼ਨ ਦੀ ਬਹੁਤ ਵਾਰ ਫੂਕ ਕੱਢੀ ਹੈ। ਪਰ ਇਹਦੇ ਬਾਵਜੂਦ ਵੀ ਭਾਰਤ ਸਰਕਾਰ ਹਮੇਸ਼ਾ ਇਹ ਮੁੱਦਾ ਕੈਨੇਡਾ ਦੇ ਅੱਗੇ ਰੱਖਦੀ ਰਹਿੰਦੀ ਹੈ ਅਤੇ ਕੈਨੇਡਾ ਦੀਆਂ ਸਾਰੀਆਂ ਸਰਕਾਰਾਂ ਨੇ ਬੋਲਣ ਦੀ ਆਜ਼ਾਦੀ 'ਤੇ ਹਮੇਸ਼ਾ ਵਚਨਬੱਧਤਾ ਦਿਖਾਈ ਹੈ। G20 ਦੇ ਵਿੱਚ ਵੀ ਖਾਲਿਸਤਾਨ ਬਾਰੇ ਟਰੂਡੋ ਨੇ ਪਹਿਲਾਂ ਵਾਲੀਆਂ ਸਰਕਾਰਾਂ ਦੇ ਨਾਲ ਮਿਲਦਾ ਜੁਲਦਾ ਜਵਾਬ ਹੀ ਦਿੱਤਾ ਹੈ। ਪਰ ਇਹਦੇ ਨਾਲ ਜੋ ਨਵਾਂ ਹੋਇਆ ਹੈ ਉਹ ਇਹ ਸੀ ਕਿ ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਕੈਨੇਡਾ ਦੇ ਮਾਮਲਿਆਂ ਦੇ ਵਿੱਚ ਹੋ ਰਹੀ ਵਿਦੇਸ਼ੀ ਦਖਲਅੰਦਾਜ਼ੀ ਦੇ ਵਿੱਚ ਜੋ ਦੇਸ਼ ਪ੍ਰਥਮ ਸੂਚੀ ਦੇ ਵਿੱਚ ਨੇ, ਉਹਨਾਂ ਦੇ ਵਿੱਚੋਂ ਇੱਕ ਭਾਰਤ ਵੀ ਹੈ। ਇਸ ਬਿਆਨ ਨੂੰ ਘੋਖਣ ਤੋਂ ਪਹਿਲਾਂ ਅਸੀਂ ਫੋਰਨ ਇੰਟਰਫੀਰੈਂਸ ਕੀ ਆ, ਭਾਵ ਕਿ ਵਿਦੇਸ਼ੀ ਦਖਲ ਤੋਂ ਕੀ ਭਾਵ ਹੈ, ਇਸ ਬਿਆਨ ਦੀ ਥੋੜ੍ਹੀ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਇਹਦੀ ਪਿੱਠ ਭੂਮੀ ਦੇ ਵਿੱਚ ਕੀ ਆ। ਦਰਸ਼ਕੋ, ਪਿਛਲੇ ਸਮੇਂ ਤੋਂ ਕੈਨੇਡਾ ਦੇ ਮੀਡੀਆ ਦੇ ਵਿੱਚ ਤੇ ਰਾਜਨੀਤਿਕ ਹਲਕਿਆਂ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਚੀਨ ਤੇ ਰੂਸ ਕੈਨੇਡਾ ਦੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ, ਪਰ ਭਾਰਤ ਬਾਰੇ ਇੰਨੇ ਠੋਸ ਰੂਪ ਦੇ ਵਿੱਚ ਗੱਲਬਾਤ ਨਹੀਂ ਸੀ ਹੁੰਦੀ। ਪਰ ਇਸ ਸਾਲ ਮਾਰਚ ਦੇ ਮਹੀਨੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਤੇ ontario ਗੁਰਦੁਆਰਾ ਕਮੇਟੀ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਦਸਤਾਵੇਜ਼ੀ ਤੇ ਖੋਜ ਭਰਪੂਰ ਰਿਪੋਰਟ ਜਾਰੀ ਕੀਤੀ ਜਾਂਦੀ ਹੈ, ਜਿਹਦਾ ਸਿਰਲੇਖ ਸੀ ਇੰਡੀਅਨ ਫੋਰਨ ਇੰਟਰਫੀਰੈਂਸ, ਇੰਟੀਮੀਡੇਸ਼ਨ, ਡਿਸਇਨਫੋਰਮੇਸ਼ਨ ਐਂਡ ਅੰਡਰਮਾਈਨਿੰਗ ਕੈਨੇਡੀਅਨ ਇੰਸਟੀਟਿਊਸ਼ਨਸ। ਇਸ ਰਿਪੋਰਟ ਤੋਂ ਬਾਅਦ ਕੈਨੇਡਾ ਦੇ ਨਾਮੀ ਮੀਡੀਆ ਅਦਾਰਿਆਂ ਦੇ ਵਿੱਚ ਇਹ ਚਰਚਾ ਛਿੜ ਪਈ ਕਿ ਭਾਰਤ ਦੀ ਕੈਨੇਡਾ ਦੀਆਂ ਲੋਕਤੰਤਰੀ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਸਿੱਧੇ ਤੌਰ 'ਤੇ ਕੈਨੇਡਾ ਦੀ ਪ੍ਰਭੂਸੱਤਾ ਨੂੰ ਲਲਕਾਰਨ ਦਾ ਸਵਾਲ ਹੈ। ਇਸ ਰਿਪੋਰਟ ਦਾ ਜੇਕਰ ਦਰਸ਼ਕੋ ਤੁਸੀਂ ਵਿਸਥਾਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਭਾਵ ਕਿ ਕੌਮੀ ਆਵਾਜ਼ ਦੇ ਫੇਸਬੁੱਕ ਅਤੇ YouTube ਦੇ ਉੱਤੇ ਜਾ ਕੇ ਇਸ ਦਾ ਪੂਰਾ ਵਿਸਥਾਰ ਜਾਣ ਸਕਦੇ ਹੋ। ਇਸ ਦੇ ਸੰਬੰਧੀ ਅਸੀਂ BC ਗੁਰਦੁਆਰਾ ਸਾਹਿਬ ਦੇ ਆਫੀਸ਼ੀਅਲ ਸਪੋਕਸਪਰਸਨ ਸਰਦਾਰ ਮਨਿੰਦਰ ਸਿੰਘ ਬੁਆਲ ਦੇ ਨਾਲ ਇਸ ਮਸਲੇ 'ਤੇ ਇੱਕ ਖਾਸ ਗੱਲਬਾਤ ਕਰ ਚੁੱਕੇ ਹਾਂ। ਹਾਲ ਹੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡੀਅਨ ਸਰਕਾਰ 'ਤੇ ਹੋਰ ਦਬਾਅ ਬਣ ਗਿਆ ਕਿ ਉਹ ਇਸ ਮਸਲੇ 'ਤੇ ਭਾਰਤ ਸਰਕਾਰ ਦੇ ਨਾਲ ਸਿੱਧੀ ਗੱਲਬਾਤ ਕਰੇ। ਕੈਨੇਡਾ ਸਰਕਾਰ ਇਸ ਮਸਲੇ 'ਤੇ ਜ਼ਰੂਰ ਗੱਲਬਾਤ ਕਰੇਗੀ, ਇਸ ਗੱਲ ਦੇ ਇਸ਼ਾਰੇ G20 ਦੀ ਮੀਟਿੰਗ ਤੋਂ ਪਹਿਲਾਂ ਮਿਲਣੇ ਸ਼ੁਰੂ ਹੋ ਗਏ ਸੀ। ਇਸ ਗੱਲ ਦੀ ਤਸਦੀਕ ਟੋਰਾਂਟੋ ਸਨ ਦੇ ਵਿੱਚ ਛਪੀ ਇਹ ਖਬਰ ਕਰਦੀ ਹੈ ਜੋ ਇਸ ਵਕਤ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ। ਤੇ ਹੁਣ ਆਪਾਂ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਟਰੂਡੋ ਦੀ G20 ਮੀਟਿੰਗ ਦੇ ਵਿੱਚ ਮੋਦੀ ਦੇ ਨਾਲ ਜੋ ਗੱਲਬਾਤ ਹੋਈ, ਉਸ ਤੋਂ ਬਾਅਦ ਮੀਡੀਆ ਦੇ ਵਿੱਚ ਕੀ ਛਪਿਆ। citynews.ca ਦੀ ਵੈਬਸਾਈਟ ਤੋਂ ਲਏ ਗਏ ਇੱਕ ਖਬਰ ਦੇ ਟੋਟੇ ਨੂੰ ਅਸੀਂ ਬਿਨ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਹਦੇ ਵਿੱਚ ਲਿਖਿਆ ਹੈ ਕਿ ਔਨ foreign interference, Trudeau said he stressed to Modi the importance of respect of the rule of law, the integrity and sovereignty, domestic institution and process, and the ability of citizens of a country to choose their future. Diaspora Canadians make up a huge proportion of our country, and they should be able to express themselves and make their choices without interference from any of the many countries that we know are involved in interference challenges. ਇਸ ਦਾ ਮੋਟਾ ਤਰਜਮਾ ਇਹ ਬਣਦਾ ਹੈ ਕਿ ਟਰੂਡੋ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ
ਕਿ ਅਸੀਂ ਰੂਲ ਆਫ ਲਾਅ ਦੀ ਰਿਸਪੈਕਟ ਕਰਦੇ ਹਾਂ, ਭਾਵ ਕਿ ਅਸੀਂ ਕਾਨੂੰਨ ਦੇ ਰਾਜ ਦੀ ਇੱਜ਼ਤ ਕਰਦੇ ਹਾਂ। ਇੱਥੇ ਕੋਈ ਹਿਪੋਕ੍ਰੇਸੀ ਨਹੀਂ ਆ, ਇੱਥੇ ਕੋਈ ਧੱਕੇਸ਼ਾਹੀ ਨਹੀਂ ਆ, ਅਤੇ ਜਿਹੜੇ ਸਾਡੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਜਿਹੜੀ ਸੋਵਰੈਂਟੀ ਆ, ਉਹਨਾਂ ਦੀ ਜਿਹੜੀ ਪ੍ਰਭੂ ਸੱਤਾ ਗੀ, ਉਹ ਬਰਕਰਾਰ ਰਹਿਣੀ ਚਾਹੀਦੀ ਆ। ਡਾਇਸਪੋਰਾ ਕੈਨੇਡੀਅਨ ਮੇਕ ਅਪ ਹਿਊਜ ਪ੍ਰਪੋਰਸ਼ਨ ਆਫ ਦਾ ਕੰਟਰੀ। ਜਿਹੜੇ ਡਾਇਸਪੋਰਾ ਕੈਨੇਡੀਅਨਸ ਨੇ ਉਹ ਬਹੁਤ ਵੱਡਾ ਅਨੁਪਾਤ ਬਣਦੇ ਨੇ ਕੈਨੇਡਾ ਦਾ। ਅਤੇ ਜੇਕਰ ਕੋਈ ਆਪਣੀ ਉਹ ਗੱਲ ਕਰਨੀ ਚਾਹੁੰਦੇ ਨੇ, ਜੇਕਰ ਕੋਈ ਉਹ ਆਪਣੀ ਪਸੰਦ ਦੀ ਗੱਲ ਕਰਨੀ ਚਾਹੁੰਦੇ ਨੇ, ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਬਿਨਾਂ ਕਿਸੇ ਦਖਲ ਅੰਦਾਜ਼ੀ ਤੋਂ ਹੋਵੇ, ਕਿਸੇ ਹੋਰ ਦੇਸ਼ਾਂ ਦੀ ਦਖਲ ਅੰਦਾਜ਼ੀ ਤੋਂ ਹੋਵੇ। ਅਤੇ ਉਹਨੇ ਅੱਗੇ ਟਰੂਡੋ ਇਹ ਕਹਿੰਦੇ ਨੇ ਕਿ ਸਾਡੇ ਧਿਆਨ ਦੇ ਵਿੱਚ ਹੈ ਕਿ ਬਹੁਤ ਸਾਰੇ ਜਿਹੜੇ ਦੇਸ਼ ਨੇ ਉਹਨਾਂ ਦੀ ਇਸ ਦੇ ਵਿੱਚ ਇੰਟਰਫੀਰੈਂਸ ਹੈ। ਹੁਣ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹ ਸਿੱਧਾ ਇੰਡੀਆ ਦਾ ਨਾਂ ਤਾਂ ਨਹੀਂ ਲੈਂਦੇ, ਪਰ ਉਹ ਜਿਹਦੇ ਨਾਲ ਗੱਲ ਕਰ ਰਹੇ ਨੇ ਨਰਿੰਦਰ ਮੋਦੀ ਦੇ ਨਾਲ, ਉਹ ਡੈਫੀਨੇਟਲੀ ਉਹਨਾਂ ਦੀ ਇੰਟਰਫੀਰੈਂਸ ਵੀ ਹੈ, ਇਸ ਲਈ ਹੀ ਉਹ ਮੋਦੀ ਦੇ ਨਾਲ ਗੱਲ ਕਰ ਰਹੇ ਨੇ। ਇਸ ਸਾਰੇ ਸਮਾਗਮ ਦੇ ਵਿੱਚ ਟਰੂਡੋ ਦਾ ਜਿਹੜੀ ਮਿਲ ਨਹੀਂ ਰਹੀ ਮੋਦੀ ਦੇ ਨਾਲ, ਜਾਂ ਆਪਾਂ ਕਹਿ ਦਈਏ ਕਿ ਭਾਰਤ ਸਰਕਾਰ ਦੇ ਨਾਲ, ਉਹ ਕਾਫੀ ਕੌੜੀ ਰਹੀ। ਇਸ ਸਾਰੇ ਸਮਾਗਮ ਦੇ ਵਿੱਚ ਟਰੂਡੋ ਨੇ ਕਾਫੀ ਸਖਤ ਰੁਖ ਰੱਖਿਆ ਆਪਣਾ। ਜੋ ਖਬਰਾਂ ਇਸ ਤਰ੍ਹਾਂ ਦੀ ਵੀ ਆ ਰਹੀਆਂ ਨੇ ਕਿ ਟਰੂਡੋ ਨੇ ਜੋ ਇੱਕ ਆਫੀਸ਼ੀਅਲ ਡਿਨਰ ਹੁੰਦਾ ਉਹ ਵੀ ਸਕਿਪ ਕੀਤਾ, ਉਸ ਦੇ ਵਿੱਚ ਹਾਜ਼ਰੀ ਨਹੀਂ ਭਰੀ। ਇੰਡੀਅਨ ਮੀਡੀਆ ਇਸ ਨੂੰ ਬੜੇ ਆਪਣੇ ਇੱਕ ਧੜੱਲੇਦਾਰ ਤਰੀਕੇ ਨਾਲ ਪੇਸ਼ ਕਰ ਰਿਹਾ ਹੈ, ਜਿਸ ਦਾ ਜੋ ਉਹਨਾਂ ਦਾ ਹੁਣ ਸੁਭਾਅ ਹੀ ਬਣ ਗਿਆ ਕਿ ਓਵਰ ਐਗਜ਼ੈਜਰੇਟ ਕਰਕੇ ਗੱਲ ਨੂੰ ਪੇਸ਼ ਕਰਨਾ। ਕਿ ਮੋਦੀ ਨੇ ਇੱਕ ਵਾਰ ਫੇਰ ਟਰੂਡੋ ਨੂੰ ਸਲੈਪ ਕੀਤਾ, ਯੋਗ ਕੀਤਾ। ਬਰਖਾ ਦੱਤ ਵਰਗੀਆਂ ਬੜੇ ਓਵਰ ਐਗਜ਼ੈਜਰੇਟ ਜਿਹੜੇ ਸਿਰਲੇਖ ਦੇ ਕੇ ਖਬਰਾਂ ਛਾਪ ਰਹੀਆਂ, ਅਤੇ ਟੈਰੀ ਮਿਲੈਸਕੀ ਵਰਗੇ ਜਿਹੜੇ ਬਹੁਤ ਹੀ ਬਦਨਾਮ ਪੱਤਰਕਾਰ ਨੇ, ਉਹਨਾਂ ਨੂੰ ਲੈ ਕੇ ਆਪਣੀ ਗੱਲ ਨੂੰ ਉਹ ਜਿੱਦਾਂ ਕਹਿੰਦੇ ਹੋਰ ਜ਼ੋਰਦਾਰ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਆਪਾਂ ਕਹਿੰਦੇ ਕਿ ਝੂਠ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਪਰ ਇਸ ਸਾਰੀ ਗੱਲਬਾਤ ਦੇ ਵਿੱਚੋਂ ਨਿਚੋੜ ਇਹ ਨਿਕਲ ਕੇ ਆਉਂਦਾ ਕਿ ਹੁਣ ਤੱਕ ਜੋ ਕੈਨੇਡਾ ਦੇ ਵੱਲੋਂ ਸਿਰਫ ਮਨੁੱਖੀ ਅਧਿਕਾਰਾਂ ਦੀ ਤੱਕ ਹੀ ਗੱਲ ਕੀਤੀ ਜਾਂਦੀ ਸੀ ਕਿ ਬੋਲਣ ਦੀ ਆਜ਼ਾਦੀ ਦਾ ਹਰ ਇੱਕ ਨੂੰ ਹੱਕ ਹੈ, ਪਰ ਇਸ ਵਾਰ ਪਹਿਲੀ ਵਾਰ ਕੈਨੇਡਾ ਨੇ ਬਹੁਤ ਸਪਸ਼ਟ ਰੂਪ ਦੇ ਵਿੱਚ ਇਹ ਕਿਹਾ ਕਿ ਜਿਹੜੀ ਭਾਰਤ ਦੀ ਇੰਟਰਫੀਰੈਂਸ ਆ ਕੈਨੇਡਾ ਦੇ ਵਿੱਚ, ਉਹ ਸਾਡੇ ਧਿਆਨ ਦੇ ਵਿੱਚ ਆ, ਅਤੇ ਅਸੀਂ ਇਹ ਐਕਸੈਪਟ ਨਹੀਂ ਕਰਦੇ ਕਿ ਜਿਹੜੀ ਸਾਡੀ ਸੋਵਰੈਨਿਟੀ ਆ, ਜਿਹੜੇ ਸਾਡੇ ਇੰਸਟੀਟਿਊਸ਼ਨ ਦੀ ਇੰਟੀਗ੍ਰਿਟੀ ਆ, ਸਾਡੇ ਦੇਸ਼ ਦੀ ਇੰਟੀਗ੍ਰਿਟੀ ਆ, ਸਾਡੇ ਇੰਸਟੀਟਿਊਸ਼ਨ ਦੀ ਸੋਵਰੈਨਿਟੀ ਆ, ਉਸ ਨੂੰ ਕੋਈ ਚੈਲੰਜ ਕਰੇ ਜਾਂ ਉਸ ਨੂੰ ਕੋਈ ਖਤਰੇ ਖੜ੍ਹੇ ਹੋਣ। ਇਸ ਦੇ ਵਿੱਚ ਅੰਟਾਰੀਓ ਗੁਰਦੁਆਰਾ ਕਮੇਟੀਜ਼ ਅਤੇ BC ਗੁਰਦੁਆਰਾ ਜੋ ਕੌਂਸਲ ਆ, ਉਹਨਾਂ ਦੀ ਬਹੁਤ ਵੱਡੀ ਇਨਪੁੱਟ ਆ। ਉਹਨਾਂ ਦੀ ਇਨਪੁੱਟਸ 'ਤੇ ਜੇਕਰ ਤੁਸੀਂ ਡਾਟਸ ਸਾਰੇ ਜੋੜ ਕੇ ਦੇਖੋਗੇ ਤਾਂ ਉਹਨਾਂ ਨੇ ਇਸ ਗੱਲ ਨੂੰ ਸੈਂਟਰ ਪੁਆਇੰਟ ਦੇ ਉੱਤੇ ਲਿਆਂਦਾ ਕੈਨੇਡੀਅਨ ਗਵਰਨਮੈਂਟ ਦੇ ਸਾਹਮਣੇ ਤੱਥਾਂ ਦੇ ਨਾਲ ਕਿ ਤੁਹਾਨੂੰ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਕਿ ਤੁਹਾਡੀ ਇੰਟਰਫੀਰੈਂਸ ਕੈਨੇਡਾ ਦੇ ਜਿਹੜੇ ਸਿਟੀਜ਼ਨਸ ਦੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਖੜੀ ਕਰ ਰਹੀ ਆ। ਤੁਸੀਂ ਇਸ ਗੱਲਬਾਤ ਨੂੰ ਅਤੇ ਇਸ ਮੁੱਦੇ ਦੇ ਉੱਤੇ ਕਿਵੇਂ ਸੋਚਦੇ ਹੋ, ਆਪਣੀ ਟਿੱਪਣੀ ਕਰਕੇ ਜ਼ਰੂਰ ਦੱਸਣਾ। ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਇਹ ਵੀ ਜ਼ਰੂਰ ਦੱਸਣਾ। ਦਿਓ ਜੀ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਵੀਟਸ ਪੰਜਾਬੀ ਰੈਸਟੋਰੈਂਟ ਦੇਸੀ ਘਿਓ ਦੀ ਬਣੀ ਸ਼ੁੱਧ ਮਠਿਆਈ ਅਤੇ ਹਰ ਤਰ੍ਹਾਂ ਦੇ ਪੰਜਾਬੀ ਪਕਵਾਨਾਂ ਲਈ ਯਾਦ ਰੱਖੋ ਸਿੰਘ ਸਵੀਟਸ। ਟੇਕ ਵੇ ਜਾਂ ਡਾਈਨ ਇਨ ਕਰਨਾ ਹੋਵੇ ਹਮੇਸ਼ਾ ਖੁੱਲੀ ਪਾਰਕਿੰਗ ਮਿਲੇਗੀ। ਬਲਕ ਆਰਡਰ ਜਾਂ ਫੈਮਿਲੀ ਡਿਨਰ ਕਰਨਾ ਹੋਵੇ ਫੋਨ ਕਰੋ 0417 578 287। ਨੰਬਰ 5 ਕਨੈਕਟ ਰੋਡ ਟਰੁਗਨੀਨਾ, ਪਾਲਮਰਸ ਰੋਡ ਅਤੇ ਡਹਰਟੀਜ਼ ਰੋਡ ਦੇ ਕਾਰਨਰ ਦੇ ਉੱਤੇ ਸਿੰਘ ਸਵੀਟਸ ਪੰਜਾਬੀ ਰੈਸਟੋਰੈਂਟ।